ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਦਿਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ, ਤੇਰੀ ਉਸਤਤ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵੱਗ ਪਰਮੇਸ਼ਰ ਹੈ। ਸਾਡੇ ਉੱਤੇ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੀ ਤਰ੍ਹਾਂ ਕਿਰਪਾ ਕਰਕੇ ਸਾਨੂੰ ਜਿਵਾਲਦਾ ਹੈ ਅਤੇ ਸਾਨੂੰ ਜੀਵਨ ਦੇ ਕੇ ਆਪਣੇ ਵਚਨ ਦੀ ਸੱਚੀ ਰਾਹ ਦੇ ਉੱਤੇ ਸਾਨੂੰ ਲੈ ਕੇ ਚੱਲਦਾ ਹੈ, ਜਿਸ ਵਿੱਚ ਪਰਮੇਸ਼ਰ ਪਿਤਾ ਅਮਰਤਾ ਅਤੇ ਪਰਮੇਸ਼ਰ ਪਿਤਾ ਸਦਾ ਦੇ ਜੀਵਨ ਦਾ ਪਰਮੇਸ਼ਰ ਪਿਤਾ ਰਾਹ ਹੈ ਅਤੇ ਸਦਾ ਦੇ ਜੀਵਨ ਦਾ ਸਾਡੇ ਲਈ ਪਰਮੇਸ਼ਰ ਪਿਤਾ ਸਥਾਨ ਹੈ। ਅਸੀਂ ਉਸ ਦੇ ਲਈ ਆਪ ਦਾ ਧੰਨਵਾਦ, ਆਪ ਦੀ ਮਹਿਮਾ ਵਡਿਆਈ ਕਰਦੇ ਹਾਂ। ਸਾਨੂੰ ਆਪ ਦੇ ਵਚਨ ਦੇ ਗੂੜ ਭੇਤਾਂ ਨੂੰ ਪ੍ਰਗਟ ਕਰਨ ਦੇ ਲਈ ਮਦਦ ਕਰ। ਤੇਰਾ ਆਤਮਾ ਸਾਡੇ ਜੀਵਨ ਦੇ ਵਿੱਚ ਸਾਡੀ ਉੱਨਤੀ ਦਾ ਕਾਰਨ ਬਣੇ। ਇਹ ਸਭੋ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਤੇਰੇ ਸੁਣਨ ਵਾਲੇ ਭਾਈ ਭੈਣਾਂ ਨੂੰ ਅਤੇ ਬੋਲਣ ਵਾਲੇ ਆਪ ਦੇ ਦਾਸ ਨੂੰ ਤੇਰੇ ਪਵਿੱਤਰ ਆਤਮਾ ਦੇ ਹੱਥਾਂ ਵਿੱਚ ਸੌਂਪਦੇ ਹੋਏ ਉਸ ਦੀ ਅਗਵਾਈ ਦੇ ਨਾਲ ਤੇਰੇ ਵਚਨ ਦੀ ਸਿੱਖਿਆ ਨੂੰ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਪਿਤਾ ਕਬੂਲ ਕਰਨ ਵਾਲਾ ਮਨ ਮੰਗਦੇ ਹੋਏ ਇਹ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੇਨ। ਥੈਂਕ ਯੂ। ਪਿਆਰੇ ਅਜ਼ੀਜ਼, ਅਸੀਂ ਧੰਨਵਾਦ ਕਰਦੇ ਹਾਂ ਪ੍ਰਭੂ ਦਾ, ਜਿਸ ਨੇ ਨਿਤ ਪ੍ਰਤੀ ਦਿਨ ਸਾਨੂੰ ਆਪ ਦੇ ਨਾਲ ਪ੍ਰਭੂ ਦੇ ਵਚਨ ਦੀਆਂ ਗੱਲਾਂ ਕਰਨ ਦੇ ਲਈ ਸਾਡੀ ਹੁਣ ਤੱਕ ਮਦਦ ਕੀਤੀ ਹੈ ਕਿ ਅਸੀਂ ਪ੍ਰਭੂ ਦੇ ਵਚਨ ਦੇ ਨਾਲ ਆਪ ਦੇ ਨਾਲ ਰੂਬਰੂ ਹੋ ਸਕੀਏ ਔਰ ਆਪ ਦੇ ਅੱਗੇ ਪਰਮੇਸ਼ਰ ਦੀ ਮਹਿਮਾ ਦਾ ਜੋ ਵਚਨ ਦਾ ਭੇਤ ਹੈ ਉਸ ਨੂੰ ਸਮਝ ਅਤੇ ਸੁਣ ਸਕੀਏ। ਅਸੀਂ ਅੱਜ 446ਵੇਂ ਇਸ ਭਾਗ ਦੇ ਵਿੱਚ ਪਹੁੰਚੇ ਹਾਂ। ਹੁਣ ਤੱਕ ਦੇ 446 ਵਚਨ ਦੇ ਭਾਗ ਹੋ ਚੁੱਕੇ ਆ ਔਰ 447 ਅੱਜ ਆਪ ਦੇ ਨਾਲ ਹੈ। ਪਹਿਲਾ ਤਿਮੋਥੀਅਸ 3 ਅਧਿਆਏ ਉਸ ਦੀ 16 ਆਇਤ ਦੇ ਵਿੱਚੋਂ ਮੈਂ ਅੱਜ ਆਪ ਦੇ ਨਾਲ ਵਚਨ ਦੇ ਵਿੱਚ ਗੱਲ ਕਰਨ ਜਾ ਰਿਹਾ। ਇੱਥੇ ਲਿਖਿਆ, ਅਤੇ ਨਿਸੰਗ ਭਗਤੀ ਦਾ ਭੇਤ ਵੱਡਾ ਹੈ, ਉਹ ਸਰੀਰ ਵਿੱਚ ਪ੍ਰਗਟ ਹੋਇਆ, ਆਤਮਾ ਵਿੱਚ ਧਰਮੀ ਠਹਿਰਾਇਆ ਗਿਆ, ਦੂਤਾਂ ਤੋਂ ਵੇਖਿਆ ਗਿਆ, ਕੌਮਾਂ ਵਿੱਚ ਉਹਦਾ ਪ੍ਰਚਾਰ ਕੀਤਾ ਗਿਆ, ਜਗਤ ਵਿੱਚ ਉਸ ਉੱਤੇ ਨੇਚਾ ਕੀਤੀ ਗਈ, ਭਾਈ ਤੇਜ ਵਿੱਚ ਉਤਾਹਾਂ ਉਠਾ ਲਿਆ ਗਿਆ। ਇੱਥੇ ਲਿਖਿਆ ਹੈ ਨਿਸੰਗ ਭਗਤੀ ਦਾ ਭੇਤ ਵੱਡਾ ਹੈ। ਮੇਰਾ ਅੱਜ ਦਾ ਵਿਸ਼ਾ ਹੈ ਭਗਤੀ ਦਾ ਭੇਤ ਡੂੰਘਾ ਹੈ। ਇੱਕ ਗੋਤਾਖੋਰ ਜਦੋਂ ਸਮੁੰਦਰ ਦੇ ਵਿੱਚ ਕਿਸੇ ਚੀਜ਼ ਦੀ ਖੋਜ ਕਰਨ ਜਾਂਦਾ ਹੈ ਤਾਂ ਉਹ ਸਮੁੰਦਰ ਦੀ ਗਹਿਰਾਈ ਦੇ ਤਲ ਤੱਕ ਜਾਂਦਾ ਹੈ, ਜਿੱਥੇ ਉਸ ਨੂੰ ਉਸ ਦਾ ਮਕਸਦ ਮਿਲ ਨਹੀਂ ਜਾਂਦਾ ਪੂਰਾ ਹੋਣ ਦਾ। ਉਹ ਉਹਨਾਂ ਖਣਿਜ ਪਦਾਰਥਾਂ ਦੇ ਉੱਤੇ, ਉਹਨਾਂ ਮੋਤੀਆਂ ਦੇ ਪ੍ਰਤੀ ਜਿਹੜੇ ਸਮੁੰਦਰ ਦੀ ਗਹਿਰਾਈ ਦੇ ਵਿੱਚ ਪਏ ਹੋਏ ਨੇ, ਉੱਥੇ ਤੱਕ ਤਹਿ ਤੱਕ ਜਾਂਦਾ ਹੈ ਔਰ ਉਸ ਦੀ ਖੋਜ ਦੇ ਲਈ ਉਹ ਤਿਆਰੀ ਦੇ ਨਾਲ ਜਾਂਦਾ ਹੈ। ਉਸ ਦੇ ਲਈ ਇੱਕ ਪੋਸ਼ਾਕ ਪਾਉਂਦਾ ਹੈ ਤੇ ਉਸ ਦੇ ਲਈ ਇੱਕ ਗੈਸ ਚੈਂਪਰ ਲੈਂਦਾ ਹੈ ਅਤੇ ਸੁਰੱਖਿਆ ਦਾ ਹਥਿਆਰ ਲੈਂਦਾ ਹੈ ਅਤੇ ਉਹ ਆਪਣੀ ਖੋਜ ਵਿੱਚ ਨਿਕਲ ਚੱਲਦਾ ਹੈ। ਅੱਖਾਂ ਦੇ ਵਿੱਚ ਉਹ ਅਜਿਹਾ ਸ਼ੀਸ਼ਾ ਅਤੇ ਲੈਂਜ਼ ਲਾਉਂਦਾ ਹੈ ਜਿਸ ਦੇ ਨਾਲ ਉਸ ਨੂੰ ਪਾਣੀ ਦੇ ਵਿੱਚ ਹਰ ਇੱਕ ਚੀਜ਼ ਸਾਫ਼ ਵਿਖਾਈ ਦੇ ਸਕੇ ਔਰ ਉਸ ਦੇ ਨਾਲ ਇਸ ਜਗ੍ਹਾ ਦੇ ਉੱਤੇ ਇੱਕ ਲਾਈਟ ਫੋਕਸ ਹੁੰਦਾ ਹੈ ਜਿਹੜਾ ਪਾਣੀ ਦੇ ਵਿੱਚ ਚੱਲਣ ਦੀ क्षमता ਨੂੰ ਰੱਖਦਾ ਹੈ ਔਰ ਉਸ ਦੇ ਨਾਲ ਉਹ ਅੰਦਰ ਹੀ ਅੰਦਰ ਚਲਾ ਜਾਂਦਾ ਹੈ। ਇਹ ਉਹਨਾਂ ਲੋਕਾਂ ਨੂੰ ਇਸ ਚੀਜ਼ ਦੀ ਜਾਣਕਾਰੀ ਹੁੰਦੀ ਹੈ ਜਿਹੜੇ ਉਸ ਦੀ ਖੋਜ ਦੇ ਲਈ ਨਿਕਲਦੇ ਆ। ਇਸੇ ਤਰ੍ਹਾਂ ਅਸੀਂ ਵੀ ਜਦੋਂ ਵਚਨ ਦੀ ਖੋਜ ਦੇ ਲਈ ਨਿਕਲਦੇ ਹਾਂ, ਉਸ ਭੇਤ ਨੂੰ ਜਾਣਨ ਦੇ ਲਈ ਜਾਂਦੇ ਹਾਂ, ਤਾਂ ਸਾਨੂੰ ਵੱਖ-ਵੱਖ ਸਮੱਗਰੀਆਂ ਦੀ ਲੋੜ ਹੁੰਦੀ ਹੈ ਕਿ ਅਸੀਂ ਪਰਮੇਸ਼ਰ ਦੇ ਉਸ ਭੇਦ ਤੱਕ ਪਹੁੰਚ ਸਕੀਏ ਜਿੱਥੇ
ਪਰਮੇਸ਼ਰ ਸਾਨੂੰ ਲੈ ਕੇ ਜਾਣਾ ਚਾਹੁੰਦਾ ਹੈ, ਔਰ ਉਸ ਦਾ ਅਸਲ ਅਰਥ ਜੋ ਸਾਡੀ ਜ਼ਿੰਦਗੀ ਦੇ ਨਾਲ ਲਾਭਵੰਤ ਹੈ, ਉન્નਤੀ ਦਾ ਹੈ ਅਤੇ ਸਾਡੇ ਲਈ ਸਾਡੇ ਜੀਵਨ ਦੇ ਵਿੱਚ ਸੱਚਾਈ ਦਾ ਹੈ ਅਤੇ ਪ੍ਰੇਮ ਦਾ ਹੈ ਅਤੇ ਸ਼ਾਂਤੀ ਦਾ, ਉਸ ਨੂੰ ਸਾਡੇ ਵਿੱਚ ਪ੍ਰਗਟ ਕਰਦਾ ਹੈ। ਹਰ ਇੱਕ ਵਿਸ਼ਾ, ਹਰ ਇੱਕ ਸਬਜੈਕਟ ਦੇ ਪ੍ਰਤੀ ਉਹ ਸਾਨੂੰ ਉਸ ਦੇ ਲਈ ਅਲੱਗ-ਅਲੱਗ ਹਥਿਆਰ, ਅਲੱਗ-ਅਲੱਗ ਬਾਈਬਲਾਂ, ਅਲੱਗ-ਅਲੱਗ ਵਿਸ਼ਿਆਂ ਦੇ ਨਾਲ ਕੌਨਕੋਰਡੈਂਸ ਅਤੇ ਕੌਨਕੋਰਡੈਂਸ ਦੇ ਨਾਲ ਹੋਰ ਸਹਾਇਕ ਪੁਸਤਕਾਂ ਜਿਹੜੀਆਂ ਹੁੰਦੀਆਂ ਨੇ, ਕਮੈਂਟਰੀਜ਼ ਹੁੰਦੀਆਂ ਨੇ, ਉਹਨਾਂ ਨੂੰ ਸਾਨੂੰ ਪੜ੍ਹਨਾ ਪੈਂਦਾ ਤਾਂ ਕਿ ਅਸੀਂ ਪਰਮੇਸ਼ਵਰ ਦੇ ਉਸ ਗੂੜ ਭੇਤ ਤੱਕ, ਉਸ ਦੇ ਨਾਲ ਵੋਕੈਬਲਰੀ ਜਿਹੜੀ ਕਿ ਆਪਣਾ ਬਿਬਲੀਕਲ ਤਰੀਕੇ ਦੇ ਨਾਲ ਸਹੀ ਸ਼ਬਦਾਂ ਦਾ ਉਚਾਰਨ ਸਾਡੇ ਜੀਵਨ ਦੇ ਵਿੱਚ ਕਰ ਸਕੇ। ਕੋਈ ਵੀ ਚੀਜ਼ ਸਾਨੂੰ ਐਵੇਂ ਨਹੀਂ ਮਿਲ ਜਾਂਦੀ ਹੈ। ਉਸ ਦੇ ਲਈ ਜਦੋਂ ਗੋਤਾਖੋਰ ਸਮੁੰਦਰ ਦੇ ਵਿੱਚ ਜਾਂਦਾ ਹੈ, ਉਸ ਨੂੰ ਕਿੰਨਾ ਟਾਈਮ ਲੱਗ ਜਾਂਦਾ ਹੈ, ਕਿੰਨਾ ਸਮਾਂ ਲੱਗ ਜਾਂਦਾ ਖੋਜ ਕਰਨ ਦੇ ਲਈ। 2 ਗੈਸ ਚੈਂਪਰ ਹੈ, ਜਦੋਂ ਖਤਮ ਹੋ ਜਾਂਦਾ ਫਿਰ ਉੱਪਰ ਆਉਂਦਾ ਹੈ, ਗੈਸ ਚੈਂਪਰ ਲੈ ਕੇ ਫਿਰ ਉਸੇ ਜਗ੍ਹਾ ਦੇ ਉੱਤੇ ਥੱਲੇ ਜਾਂਦਾ ਹੈ। ਉਸ ਦੇ ਲਈ ਸਮਾਂ ਲੱਗਦਾ ਹੈ, ਉਹ ਇੱਕੋ ਦਮ ਨਹੀਂ। ਇਸੇ ਤਰ੍ਹਾਂ ਪਰਮੇਸ਼ਰ ਦਾ ਆਤਮਾ ਸਾਨੂੰ ਸਮਝਾਉਂਦਾ ਹੈ ਪਰਮੇਸ਼ਰ ਦੀ ਭਗਤੀ ਦਾ ਭੇਤ। ਇੱਥੇ ਅਸੀਂ ਦੇਖਦੇ ਹਾਂ ਜਦੋਂ ਪੌਲਸ ਇਹ ਕਹਿ ਰਿਹਾ ਹੈ ਨਿਸੰਗ ਭਗਤੀ ਦਾ ਭੇਤ ਵੱਡਾ ਹੈ, ਤਾਂ ਇਸ ਵਾਕ ਦਾ ਅਰਥ ਸੱਚੀ ਭਗਤੀ ਦਾ ਪ੍ਰਗਟ ਭੇਤ। ਭਗਤੀ ਦੇ ਅਰਥ ਭਾਵ ਅਭਿਆਸ ਦਾ ਮਤਲਬ ਅਸੀਂ ਕੀ ਹੈ, ਉਸ ਦੀ ਖੋਜ ਕਰਨੀ ਅਤੇ ਭਲਾਈ ਅਤੇ ਧਾਰਮਿਕਤਾ ਜਾਂ ਭੇਤ ਜਿਹੜਾ ਲੋਕਾਂ ਵਿੱਚ ਧਾਰਮਿਕਤਾ ਨੂੰ ਪੈਦਾ ਕਰਦਾ ਹੈ। ਇਸ ਦਾ ਅਰਥ ਮੂਲ ਇਹੋ ਸਾਨੂੰ ਮਿਲਦਾ ਹੈ, ਉਹ ਭੇਤ ਖੁਦ ਯਿਸੂ ਮਸੀਹ ਹੈ। ਉਹ ਭੇਤ ਖੁਦ ਯਿਸੂ ਮਸੀਹ ਹੈ। ਅਗਰ ਤੁਸੀਂ ਇਸ ਗੱਲ ਨੂੰ ਖੁਦ ਯਿਸੂ ਮਸੀਹ ਹੈ ਤਾਂ ਮੈਂ ਪੌਲਸ ਪ੍ਰੇਰਿਤ ਦਾ ਜਿਹੜਾ ਇਬਰਾਨੀਆਂ ਦੀ ਪੁਸਤਕ 3 ਅਧਿਆਇ ਉਸ ਦੀ 1 ਆਇਤ ਦੇ ਉੱਤੇ ਲੈ ਕੇ ਜਾਣਾ ਚਾਹੁੰਦਾ ਹਾਂ, ਜਿੱਥੇ ਪੌਲਸ ਰਸੂਲ ਇਸ ਤਰ੍ਹਾਂ ਗੱਲ ਕਰਦਾ, ਉਪਰੰਤ ਹੇ ਪਵਿੱਤਰ ਭਰਾਵੋ, ਸਵਰਗੀ ਸੱਦੇ ਦੇ ਭਾਈ ਵਾਲੋ, ਤੁਸੀਂ ਸਾਡੇ ਇਕਰਾਰ ਦੇ ਰਸੂਲ ਅਤੇ ਪਰਮ ਪ੍ਰਧਾਨ ਯਾਜਕ ਯਿਸੂ ਵੱਲ ਧਿਆਨ ਕਰੋ। ਇਹਦਾ ਮਤਲਬ ਮੇਰੇ ਲਈ ਭਗਤੀ ਦਾ ਭੇਤ ਯਿਸੂ ਮਸੀਹ ਹੈ। ਭਗਤੀ ਦਾ ਡੂੰਘਾ ਭੇਤ ਯਿਸੂ ਮਸੀਹ ਹੈ। ਅਗਰ ਤੁਸੀਂ ਭਗਤੀ ਦੇ ਵਿੱਚ ਪਰਮੇਸ਼ਰ ਦੇ ਪ੍ਰੇਮ ਨੂੰ ਜਾਣਨਾ ਚਾਹੁੰਦੇ ਹੋ, ਭਗਤੀ ਦੇ ਵਿੱਚ ਪਰਮੇਸ਼ਰ ਦੀ ਸ਼ਾਂਤੀ ਨੂੰ ਜਾਣਨਾ ਚਾਹੁੰਦੇ ਹੋ, ਭਗਤੀ ਦੇ ਵਿੱਚ ਪਰਮੇਸ਼ਰ ਦੇ ਆਨੰਦ ਨੂੰ ਜਾਣਨਾ ਚਾਹੁੰਦੇ ਹੋ, ਭਗਤੀ ਦੇ ਵਿੱਚ ਆਗਿਆਕਾਰੀਤਾ ਨੂੰ ਜਾਣਨਾ ਚਾਹੁੰਦੇ ਹੋ, ਭਗਤੀ ਦੇ ਵਿੱਚ ਅਨੁਸ਼ਾਸਨ ਨੂੰ ਜਾਣਨਾ ਚਾਹੁੰਦੇ ਹੋ, ਭਗਤੀ ਦੇ ਵਿੱਚ ਪਰਮੇਸ਼ਰ ਦੀਆਂ ਭਲਾਈਆਂ ਨੂੰ ਜਾਣਨਾ ਚਾਹੁੰਦੇ ਹੋ, ਭਗਤੀ ਦੇ ਵਿੱਚ ਪਰਮੇਸ਼ਰ ਦੀ ਦਇਆ ਨੂੰ ਜਾਣਨਾ ਚਾਹੁੰਦੇ ਹੋ। ਬਹੁਤ ਸਾਰੀਆਂ ਗੱਲਾਂ ਹੈ ਭਗਤੀ ਦੇ ਵਿੱਚ। ਜੇ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਧਿਆਨ ਪ੍ਰਭੂ ਯਿਸੂ ਮਸੀਹ ਦੇ ਵੱਲ ਹੀ ਕਰਨਾ ਪਏਗਾ। ਸਾਨੂੰ ਉਹੀ ਇੱਕ ਸਰੋਤ ਹੈ ਜਿਸ ਤੋਂ ਇਹ ਸਾਰੀਆਂ ਗੱਲਾਂ ਭੇਤ ਦੇ ਨਾਲ ਮਿਲ ਸਕਦੀਆਂ। ਅੱਜ ਲੋਕ ਭਗਤੀ ਦੇ ਲਈ ਜੰਗਲਾਂ ਦੇ ਵਿੱਚ ਜਾਂਦੇ ਆ ਪਰਮੇਸ਼ਰ ਨੂੰ ਭਾਲਣ ਦੇ ਲਈ। ਅੱਜ ਭਗਤੀ ਦੇ ਲਈ ਪਰਮੇਸ਼ਰ ਦੇ ਖੋਜੀ ਜਿਹੜੇ ਹੈ ਉਹ ਕਦੇ ਕਿੱਥੇ ਸਮੁੰਦਰਾਂ ਦੇ ਵਿੱਚ ਜਾ ਰਿਹਾ, ਕੋਈ ਪਹਾੜਾਂ ਦੇ ਵਿੱਚ ਜਾ ਰਿਹਾ, ਕੋਈ ਖੁੰਦਰਾਂ ਦੇ ਵਿੱਚ ਜਾ ਰਿਹਾ, ਪਰ ਉਹਨਾਂ ਨੂੰ ਭਗਤੀ ਦਾ ਭੇਤ ਮਿਲ ਨਹੀਂ ਰਿਹਾ, ਨਾ ਭਗਤੀ ਦਾ ਡੂੰਘਾ ਗਹਿਰਾ ਰਸ ਉਹਨਾਂ ਦੇ ਕੋਲ ਪ੍ਰਾਪਤ ਹੋ ਰਿਹਾ। ਪਰ ਮੇਰੇ ਲਈ ਜੋ ਇੱਥੇ ਪੌਲਸ ਰਸੂਲ ਦੱਸ ਰਿਹਾ ਹੈ, ਨਿਸੰਗ ਭਗਤੀ ਦਾ ਭੇਤ ਵੱਡਾ ਹੈ, ਉਹ ਸਰੀਰ ਵਿੱਚ ਪ੍ਰਗਟ ਹੋਇਆ। ਇਹ ਯਿਸੂ ਮਸੀਹ ਦੇ ਬਾਰੇ ਪ੍ਰਗਟ ਕਰ ਰਿਹਾ ਹੈ, ਜਿਸ ਦੇ ਬਾਰੇ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਸ਼ਬਦ ਦੀ ਸੰਰਚਨਾ ਦੇ ਨਾਲ ਆਪ ਨਾਲ ਗੱਲ ਕੀਤੀ ਹੈ। ਜੇ ਤੁਸੀਂ ਪਰਮੇਸ਼ਰ ਦੇ ਸੱਚਮੁੱਚ ਖੋਜੀ ਹੋ, ਜੇ ਤੁਸੀਂ ਸੱਚਮੁੱਚ ਪਰਮੇਸ਼ਰ ਦੀ ਭਾਲ ਕਰ ਰਹੇ ਹੋ, ਤਾਂ ਤੁਹਾਨੂੰ ਜੀਵਨ ਦੇ ਕਰਤਾ ਯਿਸੂ ਮਸੀਹ ਦੇ ਕੋਲ ਆਉਣਾ ਹੀ ਪਏਗਾ।
ਤੁਹਾਨੂੰ ਉਹਦੇ ਕੋਲ ਆ ਕੇ ਜਾਣਨਾ ਹੀ ਪਏਗਾ ਪਰਮੇਸ਼ਰ ਨੂੰ। ਅਗਰ ਇਸ ਦੁਨੀਆ ਦੇ ਵਿੱਚ ਤੁਸੀਂ ਪਰਮੇਸ਼ਰ ਨੂੰ ਜਾਣਨਾ ਹੈ, ਪਰਮੇਸ਼ਰ ਦੇ ਸੁਭਾਅ ਨੂੰ ਸਮਝਣਾ ਹੈ, ਪਰਮੇਸ਼ਰ ਦੀਆਂ ਗੱਲਾਂ ਨੂੰ ਪਛਾਣਨਾ ਹੈ, ਪਰਮੇਸ਼ਰ ਕਿਸ ਤਰ੍ਹਾਂ ਸਾਡੇ ਨਾਲ, ਤਾਂ ਤੁਹਾਨੂੰ ਯਿਸੂ ਮਸੀਹ ਦੇ ਕੋਲ ਆਉਣਾ ਹੀ ਪਏਗਾ। ਮੈਂ ਜਦੋਂ ਯਿਸੂ ਮਸੀਹ ਦੇ ਕੋਲ ਆਇਆ ਤਾਂ ਮੈਨੂੰ ਸੱਚਮੁੱਚ ਇਹ ਪਤਾ ਲੱਗਾ ਕਿ ਇਸ ਦੁਨੀਆ ਦਾ ਮਾਤਰ ਇੱਕੋ ਇੱਕ ਮੁਕਤੀ ਦਾਤਾ ਪ੍ਰਭੂ ਯਿਸੂ ਮਸੀਹ ਹੈ, ਕੋਈ ਹੋਰ ਨਹੀਂ। ਕਿਉਂਕਿ ਪਾਪਾਂ ਤੋਂ ਬਚਾਉਣ ਦੇ ਲਈ ਕੇਵਲ ਇੱਕੋ ਹੀ ਆਇਆ ਹੈ, ਪਾਪੀਆਂ ਨੂੰ। ਇਹ ਗੱਲ ਬੜੀ ਸਪਸ਼ਟ ਬਾਈਬਲ ਦੇ ਵਿੱਚ ਲਿਖੀ ਹੈ। ਕਿਸੇ ਨੇ ਅੱਜ ਤੱਕ ਇਸ ਦੁਨੀਆ ਦੇ ਵਿੱਚ ਪਾਪੀਆਂ ਦੇ ਨਾਲ ਪਿਆਰ ਨਹੀਂ ਕੀਤਾ, ਔਰ ਨਾ ਕੋਈ ਇਸ ਪਾਪੀ ਦੇ ਨਾਲ ਪਿਆਰ ਕਰ ਸਕਦਾ। ਅਗਰ ਮੈਂ ਹੋਰ ਕਿਸੇ ਦੀ ਪਰਿਭਾਸ਼ਾ ਦੇਖਾਂ ਜਾਂ ਕਿਸੇ ਦੀ ਵੀ ਆਪਣਾ ਖੋਜ ਕਰਨ ਦੀ ਕੋਸ਼ਿਸ਼ ਕਰਾਂ ਤਾਂ ਉਹ ਕਹਿੰਦੇ ਆ ਕਿ ਪਾਪੀ ਸਵਰਗ ਲੋਕ ਦੇ ਵਿੱਚ ਜਾ ਹੀ ਨਹੀਂ ਸਕਦੇ। ਸਹੀ ਗੱਲ ਹੈ, ਪਾਪੀ ਪਰਮੇਸ਼ਰ ਦੇ ਨਾਲ ਮਿਲ ਨਹੀਂ ਸਕਦਾ, ਸਹੀ ਗੱਲ ਹੈ। ਫਿਰ ਪਾਪੀ ਦਾ ਬਚਾਅ ਕੀ ਹੈ? ਫਿਰ ਪਾਪੀ ਦਾ ਉਹਦੇ ਜੀਵਨ ਦੇ ਵਿੱਚ ਨਿਸਤਾਰਾ ਕੀ ਹੈ? ਇਸ ਗੱਲ ਦਾ ਭੇਤ ਇਸ ਵਚਨ ਦੇ ਵਿੱਚ ਪੌਲਸ ਸਾਨੂੰ ਦੱਸ ਰਿਹਾ ਹੈ। ਇਹਨਾਂ ਦਿਨਾਂ ਦੇ ਵਿੱਚ ਮੈਂ ਬਾਰ-ਬਾਰ ਇੱਕੋ ਹੀ ਚੀਜ਼ ਗੱਲ ਪ੍ਰਗਟ ਕਰਦਾ ਆ ਰਿਹਾ ਕਿ ਇਹਨਾਂ ਦਿਨਾਂ ਦੇ ਵਿੱਚ ਲੋਕ ਕ੍ਰਿਸਮਸ ਦੇ ਬਾਰੇ ਅਤੇ ਉਸ ਦੇ ਹਰਸ਼ੋ ਉਲਾਸ ਦੇ ਬਾਰੇ ਬਹੁਤ ਕੋਸ਼ਿਸ਼ਾਂ ਅਤੇ ਤਰ੍ਹਾਂ ਤਰ੍ਹਾਂ ਦੇ ਯਤਨ ਕਰ ਰਹੇ ਆ। ਮੈਂ ਕਹਿੰਦਾ ਇਹ ਗਲਤ ਨਹੀਂ ਹੈ, ਪਰ ਉਹ ਭਗਤੀ ਦਾ ਭੇਤ ਉਸ ਦੇ ਵਿੱਚ ਪ੍ਰਗਟ ਕਰਨ ਤਾਂ ਪਤਾ ਲੱਗ ਜਾਏਗਾ। ਜਗਤ ਦਾ ਮੁਕਤੀ ਦਾਤਾ। ਮੇਰੇ ਕੋਲ ਪਿਛਲੇ ਦਿਨਾਂ ਮਤਲਬ ਕਿ ਕਾਫੀ ਸਮੇਂ ਪਹਿਲਾਂ ਇੱਕ ਵਿਚਾਰ ਮੇਰੇ ਜੀਵਨ ਦੇ ਵਿੱਚ ਆਇਆ ਸੀ ਕਿ ਅਸੀਂ ਲੋਕਾਂ ਨੂੰ ਕਿਸ ਤਰ੍ਹਾਂ ਪ੍ਰਭੂ ਦੇ ਵਚਨ ਦੇ ਇੱਕ ਖਾਸੀਅਤ ਨੂੰ ਦੱਸ ਸਕਦੇ ਹਾਂ। ਤਾਂ ਮੇਰੇ ਵਿੱਚ ਇੱਕ ਛੋਟਾ ਜਿਹਾ ਵਿਚਾਰ ਆਇਆ। ਉਹ ਛੋਟਾ ਜਿਹਾ ਵਿਚਾਰ ਕੀ ਸੀ? ਮੈਂ ਇੱਕ ਛੋਟਾ ਟਰੈਕ ਕਰਕੇ ਲਿਖਿਆ, ਪਰਮੇਸ਼ਵਰ ਦੀ ਵੱਡੀ ਖੁਸ਼ੀ ਸਾਡੇ ਲਈ। ਪਰਮੇਸ਼ਵਰ ਦੀ ਵੱਡੀ ਖੁਸ਼ੀ ਵੱਡੇ ਦਿਨ ਦੇ ਵਿੱਚ ਸਾਡੇ ਲਈ। ਇਹ ਇੱਕ ਟਰੈਕ ਜਦੋਂ ਮੈਂ ਆਪਣੇ ਖੇਤਰ ਦੇ ਵਿੱਚ ਸੀ, ਜਦੋਂ ਮੈਂ ਸੇਵਾ ਦੇ ਵਿੱਚ ਨਹੀਂ ਸੀ, ਵਿਸ਼ਵਾਸ ਦੇ ਵਿੱਚ ਸੀ, ਉਦੋਂ ਮੈਂ ਲਿਖਿਆ ਸੀ। ਔਰ ਇਸ ਦਾ ਮੈਨੂੰ ਬਹੁਤ ਜ਼ਿਆਦਾ ਲਾਭ ਵੀ ਮਿਲਿਆ ਔਰ ਲੋਕਾਂ ਨੇ ਇਸ ਅਟਰੈਕਸ਼ਨ ਦੇ ਨਾਲ ਉਸ ਨੂੰ ਪੜ੍ਹਿਆ ਵੀ ਕਿ ਇਹ ਪਰਮੇਸ਼ਵਰ ਦੀ ਵੱਡੇ ਦਿਨ ਦੇ ਵਿੱਚ ਵੱਡੀ ਖੁਸ਼ੀ ਕੀ ਹੈ। ਚਲੋ ਦੇਖੀਏ ਖੋਜ ਕੀ ਹੈ। ਔਰ ਉਹ ਵੱਡੀ ਖੁਸ਼ੀ ਪਰਮੇਸ਼ਵਰ ਦੀ ਵੱਡੇ ਦਿਨ ਦੇ ਵਿੱਚ ਕੀ ਹੈ? ਪਾਪੀਆਂ ਨੂੰ ਪਰਮੇਸ਼ਵਰ ਦਾ ਨਿਸਤਾਰਾ ਪ੍ਰਭੂ ਯਿਸੂ ਮਸੀਹ ਦੇ ਵਿੱਚ। ਕੀ ਇਹ ਖੁਸ਼ੀ ਦੀ ਖਬਰ ਨਹੀਂ? ਕੀ ਇਹ ਵੱਡੀ ਖੁਸ਼ੀ ਨਹੀਂ? ਅੱਜ ਅਸੀਂ ਕੀ ਪੜ੍ਹਦੇ ਹਾਂ? ਕ੍ਰਿਸਮਸ ਦੇ ਵਿੱਚ ਅਸੀਂ ਕੀ ਇੰਜੋਇਮੈਂਟ ਕਰਨਾ ਚਾਹੁੰਦੇ ਹਾਂ। ਕਈ ਲੋਕਾਂ ਨੇ ਆਪਣਾ ਕ੍ਰਿਸਮਸ ਦਾ ਉਹ ਰੱਖਿਆ ਹੈ, ਬਟ ਉਹਨਾਂ ਨੂੰ ਇਸ ਗੱਲ ਦਾ ਬੋਧ ਨਹੀਂ। ਪਰ ਮੈਂ ਜਦੋਂ ਇਸ ਭੇਤ ਦੀ ਗੱਲ ਕਰ ਰਿਹਾ ਹਾਂ ਤਾਂ ਇਸ ਵਿੱਚ ਮੈਂ ਕੁਝ ਗੱਲਾਂ ਆਪ ਦੇ ਨਾਲ ਕਰ ਰਿਹਾ ਹਾਂ। ਕਹਿੰਦਾ ਹੈ ਅਤੇ ਉਹ ਸਭ ਉਸ ਭੇਤ ਖੁਦ ਯਿਸੂ ਮਸੀਹ ਹੈ। ਆਇਤ 16 ਵਿੱਚ ਅਸੀਂ ਜਦੋਂ ਇਸ ਨੂੰ ਵੇਖਦੇ ਹਾਂ ਤਾਂ ਉਹ ਸਭ ਜੋ ਉਸ ਨੇ ਮਨੁੱਖ ਹੁੰਦੇ ਹੋਏ ਕੀਤਾ, ਉਹ ਪਵਿੱਤਰ ਆਤਮਾ ਦੇ ਦੁਆਰਾ ਚਮਤਕਾਰ ਕਰਨ ਅਤੇ ਦੁਸ਼ਟ ਆਤਮਾ ਨੂੰ ਕੱਢਣ ਦੇ ਦੁਆਰਾ ਸ਼ਕਤੀ ਪ੍ਰਦਾਨ ਕੀਤਾ ਗਿਆ ਸੀ। ਪਰ ਉਸ ਦਾ ਅਸਲ ਉਦੇਸ਼ ਕੀ ਸੀ? ਜਦੋਂ ਅਸੀਂ ਮਤੀ ਰਚੀ ਸੁਸਮਾਚਾਰ ਦੇ ਵਿੱਚ ਉਸ ਦਾ ਸਵਰਗਦੂਤ ਦੇ ਰਾਹੀਂ ਇੱਕ ਸੰਦੇਸ਼ ਮਰੀਮ ਨੂੰ ਦਿੰਦੇ ਹੋਏ ਸੁਣਦੇ ਹਾਂ ਤਾਂ ਉਹਦੇ ਵਿੱਚ ਕਹਿੰਦਾ ਹੈ, ਵੇਖ ਇੱਕ ਵਾਰੀ ਗਰਭਵਤੀ ਹੋਵੇਗੀ ਔਰ ਉਹ ਇੱਕ ਪੁੱਤਰ ਜਣੇਗੀ, ਤੂੰ ਉਸ ਦਾ ਨਾਮ ਯਿਸੂ ਰੱਖੀ, ਉਹ ਆਪਣੇ ਲੋਕਾਂ ਨੂੰ ਪਾਪਾਂ ਤੋਂ ਬਚਾਵੇਗਾ। ਸ਼ਬਦ ਦੇ ਧਾਰੀ ਹੋਇਆ, ਕਿਰਪਾ ਅਤੇ ਸੱਚਾਈ ਦੇ ਨਾਲ ਮਨੁੱਖਾਂ ਵਿੱਚ ਡੇਰਾ ਕੀਤਾ ਅਤੇ ਅਸੀਂ ਉਸ ਦਾ ਤੇਜ
पिता दे इकलौते वर्गा डिठा। ਇਹਦਾ मतलब ਉਹ ਆਪਣੇ ਲੋਕਾਂ ਨੂੰ ਬਚਾਵੇਗਾ। ਇਹਦਾ मतलब ਕਿੱਦਾਂ? ਜਿਨ੍ਹਾਂ ਵਿੱਚ ਉਸਨੇ ਡੇਰਾ ਕੀਤਾ। ਡੇਰਾ ਕਿੱਥੇ? मतलब ਕਿ ਉਸਨੇ ਵਾਸ ਕੀਤਾ। ਇਹਦਾ मतलब ਇਮੈਨੂਅਲ ਦਾ मतलब ਪਰਮੇਸ਼ਰ ਸਾਡੇ ਨਾਲ, ਪਰਮੇਸ਼ਰ ਸਾਡੇ ਵਿੱਚ ਆ ਗਿਆ। ਕਾਹਦੇ ਲਈ? ਸਾਨੂੰ ਪਾਪਾਂ ਤੋਂ ਛੁਡਾਉਣ ਦੇ ਲਈ, ਜਿਸ ਤੋਂ ਅਸੀਂ ਬਚ ਨਹੀਂ ਸੀ ਸਕਦੇ, ਜਿਸ ਤੋਂ ਅਸੀਂ ਛੁੱਟ ਨਹੀਂ ਸਕਦੇ। ਇਸ ਕਰਕੇ ਉਹ ਕਹਿੰਦਾ ਸਰੀਰ ਵਿੱਚ ਪ੍ਰਗਟ। ਇਹਦਾ मतलब ਸ਼ਬਦ ਦੇ ਧਾਰੀ ਹੋਇਆ। ਇਹ ਪਰਮੇਸ਼ਰ ਦੀ ਭਗਤੀ ਦਾ ਭੇਤ ਹੈ। ਸਾਨੂੰ ਭਗਤੀ ਦੇ ਵਿੱਚ ਲੈ ਕੇ ਜਾਣ ਦੇ ਲਈ, ਸਾਨੂੰ ਸੱਚੀ ਭਗਤੀ ਦਾ ਰਸ ਦਿਖਾਉਣ ਦੇ ਲਈ, ਸਾਨੂੰ ਸੱਚੀ ਭਗਤੀ ਦੇ ਵਿੱਚ ਪਰਮੇਸ਼ਰ ਦੇ ਪ੍ਰੇਮ ਨੂੰ, ਜਿਹੜਾ ਗੂੜਾ ਪ੍ਰੇਮ ਹੈ, ਜਿਹੜਾ ਡੂੰਘਾ ਪ੍ਰੇਮ ਹੈ, ਜਿਹੜਾ ਸਾਡੇ ਨਾਲ ਪ੍ਰਪਣ ਦਾ ਪ੍ਰੇਮ ਹੈ, ਉਸ ਨੂੰ ਪ੍ਰਗਟ ਕਰਨ ਦੇ ਲਈ ਉਸ ਨੇ ਸਾਡੇ ਵਿੱਚ ਵਾਸ ਕੀਤਾ। ਇਹ ਭੇਤ ਦੀ ਗੱਲ ਹੈ। ਜਿਵੇਂ ਜਿਵੇਂ ਅਸੀਂ ਇਸ ਦੇ ਵਿੱਚ ਜਾਵਾਂਗੇ, ਉਹ ਸਰੀਰ ਵਿੱਚ ਪ੍ਰਗਟ ਹੋਇਆ। ਕਹਿੰਦਾ ਸ਼ਬਦ ਦੇ ਧਾਰੀ ਹੋਇਆ। ਇਹਦਾ मतलब ਹੈ ਉਹ ਪਰਮੇਸ਼ਵਰ ਜਿਸ ਨੂੰ ਅਸੀਂ ਵੇਖ ਨਹੀਂ ਸੀ ਸਕਦੇ, ਉਹ ਪਰਮੇਸ਼ਵਰ ਜਿਸ ਦੇ ਕੋਲ ਅਸੀਂ ਜਾ ਨਹੀਂ ਸੀ ਸਕਦੇ, ਉਹ ਪਰਮੇਸ਼ਵਰ ਜਿਸ ਦੀ ਆਵਾਜ਼ ਨੂੰ ਸੁਣ ਨਹੀਂ ਸੀ ਸਕਦੇ, ਉਹ ਪਰਮੇਸ਼ਵਰ स्वयं ਮੇਰੇ ਜੀਵਨ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਨੂੰ ਪ੍ਰਗਟ ਕਰਨ ਦੇ ਲਈ ਸਰੀਰ ਵਿੱਚ ਪ੍ਰਗਟ ਹੋਇਆ। ਕਹਿੰਦਾ ਸਰੀਰ ਵਿੱਚ ਪ੍ਰਗਟ ਹੋਇਆ। ਪਹਿਲੀ ਗੱਲ ਅਸੀਂ ਦੇਖਦੇ ਹਾਂ, ਜਦੋਂ ਉਹ ਸਰੀਰ ਵਿੱਚ ਪ੍ਰਗਟ ਹੋਇਆ ਹੈ ਤਾਂ ਉਸ ਦਾ मतलब ਕੀ ਹੈ। ਮੈਂ ਕੁਝ ਹੋਰ ਗੱਲਾਂ ਵੀ ਆਪ ਨੂੰ ਇਸ ਦੇ ਨਾਲ ਜੋ ਰੇਖਾਂਕਿਤ ਕੀਤੀਆਂ ਗਈਆਂ ਹੈ ਉਹ ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ, ਤਾਂ ਕਿ ਅਸੀਂ ਉਸ ਦੇ ਰਾਹੀਂ ਪਰਮੇਸ਼ਵਰ ਦੇ ਮਹਾਨ ਕਾਰਜ ਨੂੰ, ਮਹਾਨ ਗੱਲ ਨੂੰ ਸਮਝ ਸਕੀਏ। ਔਰ ਇਹ ਗੱਲ ਜਿਹੜੀ ਹੈ, ਜਦੋਂ ਸਰੀਰ ਵਿੱਚ ਪ੍ਰਗਟ ਹੋਇਆ ਤਾਂ ਇਸ ਗੱਲ ਦੇ ਵਿੱਚ ਪਰਮੇਸ਼ਵਰ ਉਸ ਦੇ ਲਈ ਸਵੈ ਸਾਖੀ ਦਿੰਦਾ ਹੈ ਕਿ ਇਹ ਮੇਰਾ ਪਿਆਰਾ ਪੁੱਤਰ ਹੈ। ਪਹਿਲੀ ਗੱਲ, ਜਦੋਂ ਅਸੀਂ ਦੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ 3:17 ਦੇ ਵਿੱਚ ਬਪਤਿਸਮਾ ਲੈ ਕੇ ਨਿਕਲਦਾ ਹੈ ਤਾਂ ਪਵਿੱਤਰ ਆਤਮਾ ਕਬੂਤਰ ਦੀ ਮਾਨੰਦ ਉਸ ਦੇ ਉੱਤੇ ਉਤਰਦਾ ਹੈ ਅਤੇ ਆਵਾਜ਼ ਆਉਂਦੀ ਹੈ, ਇਹ ਮੇਰਾ ਪਿਆਰਾ ਪੁੱਤਰ ਹੈ। ਇਸ ਦਾ मतलब ਅਸੀਂ ਕੀ ਸਮਝ ਸਕਦੇ ਹਾਂ ਕਿ ਇਹ ਮੇਰਾ ਪਿਆਰਾ ਪੁੱਤਰ ਹੈ। ਕਹਿੰਦਾ ਹੈ ਕਿ ਪਰਮੇਸ਼ਰ ਦੇ ਆਤਮਾ ਰਾਹੀਂ ਉਸ ਦੇ ਉੱਤੇ ਪਰਮੇਸ਼ਰ ਨੇ ਸਾਖੀ ਦਿੱਤੀ। ਦੂਸਰੀ ਗੱਲ ਇੱਥੇ ਲਿਖਿਆ ਹੈ ਕਿ ਦੂਤਾਂ ਤੋਂ ਵੇਖਿਆ, ਆਤਮਾ ਵਿੱਚ ਧਰਮੀ ਠਹਿਰਾਇਆ ਗਿਆ। ਉਹ ਅਸੀਂ ਜਦੋਂ ਮਤੀ 17:5 ਵਿੱਚ ਪੜ੍ਹਦੇ ਹਾਂ ਤਾਂ ਉਸ ਵਿੱਚ ਉਸ ਦਾ ਜਲਾਲੀ ਰੂਪ ਹੁੰਦਾ ਹੈ। ਜਦੋਂ ਪਹਾੜ ਦੇ ਵਿੱਚ ਪ੍ਰਾਰਥਨਾ ਕਰਨ ਜਾਂਦਾ ਹੈ ਤਾਂ ਉਹ ਆਲੇ ਦੁਆਲੇ ਬੱਦਲ ਉਸ ਨੂੰ ਘੇਰ ਲੈਂਦਾ ਹੈ ਤੇ ਉਸ ਦਾ ਰੂਪ ਦਿਵਯ ਰੂਪ ਹੋ ਜਾਂਦਾ ਹੈ। ਜਲਾਲੀ मतलब ਪ੍ਰਤਾਪਮਾਨ। ਇੱਕ ਮਹਾਰਾਜਾ ਜਦੋਂ ਉੱਪਰ ਆਪਣੇ ਸਿੰਘਾਸਨ ਦੇ ਉੱਤੇ ਪੂਰੇ ਸਰੂਪ ਦੇ ਨਾਲ ਹੁੰਦਾ ਹੈ ਤਾਂ ਕਿਸ ਤਰ੍ਹਾਂ ਪ੍ਰਤਾਪ ਚਮਕਦਾ ਹੈ। ਉਸ ਪ੍ਰਤਾਪ ਨੂੰ ਵੇਖਣ ਦੇ ਲਈ, ਉਸ ਪ੍ਰਤਾਪ ਦੀ ਚਮਕ ਨੂੰ ਜਾਣਨ ਦੇ ਲਈ ਮਸੀਹ ਯਿਸੂ ਇਸ ਦੁਨੀਆ ਦੇ ਵਿੱਚ ਮੇਰੇ ਲਈ ਪ੍ਰਗਟ ਹੋਇਆ ਕਿ ਮੈਂ ਪਰਮੇਸ਼ਰ ਦੇ ਪ੍ਰਤਾਪ ਨੂੰ, ਮੂਸਾ ਦੇਖਣਾ ਚਾਹੁੰਦਾ ਸੀ, ਮੂਸਾ ਨੂੰ ਪਰਮੇਸ਼ਰ ਨੇ ਰੋਕ ਦਿੱਤਾ। ਤੂੰ ਮੇਰਾ ਰੂਪ ਨਹੀਂ ਦੇਖ ਸਕਦਾ, ਤੂੰ ਉਸ ਓਲੇ ਦੇ ਵਿੱਚ ਹੋ ਜਾਏ ਤਾਂ ਤੂੰ ਮੇਰਾ ਪਰਛਾਵੇਂ ਨੂੰ ਵੇਖੇਗਾ। ਲੇਕਿਨ ਇੱਥੇ ਪਰਮੇਸ਼ਰ ਦੇ ਉਸ ਪ੍ਰਤਾਪ ਨੂੰ ਪ੍ਰਗਟ ਕਰਨ ਦੇ ਲਈ ਸਵੈ ਪ੍ਰਭੂ ਯਿਸੂ ਮਸੀਹ ਦੇ ਵਿੱਚ ਪਰਮੇਸ਼ਰ ਅਵਤਾਰਿਤ ਹੋਇਆ। ਇਹ ਭੇਤ ਦੀ ਗੱਲ ਸਾਨੂੰ ਇੱਥੇ ਮਿਲਦੀ ਹੈ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਉਹ ਦੂਤਾਂ ਤੋਂ ਵੇਖਿਆ ਗਿਆ। ਦੂਤਾਂ ਤੋਂ ਵੇਖਿਆ ਗਿਆ ਕਦੋਂ? ਜਦੋਂ ਪ੍ਰਭੂ ਯਿਸੂ ਮਸੀਹ ਜੀ ਨੇ ਬਪਤਿਸਮਾ ਲਿਆ ਔਰ ਜਦੋਂ ਪ੍ਰਭੂ ਯਿਸੂ ਮਸੀਹ ਦਾ ਜਨਮ ਹੋਇਆ ਤਾਂ ਸਵਰਗ ਦੂਤਾਂ ਦਾ ਇੱਕ ਵੱਡਾ ਜੱਥਾ ਪਰਮੇਸ਼ਰ ਦੀ ਸਵਰਗ ਦੇ ਵਿੱਚ ਵਡਿਆਈ ਕਰਦਾ ਹੋਇਆ ਉੱਥੋਂ ਗਿਆ, ਜਿਸ ਦੀ ਵਿਸਾਖੀ ਗਡਰੀਏ ਦਿੰਦੇ ਆ। ਪਿਆਰੇ ਅਜ਼ੀਜ਼, ਇਹ ਪਰਮੇਸ਼ਰ ਦੇ ਗੂੜ ਭੇਤ ਦੀਆਂ ਗੱਲਾਂ ਮਸੀਹ ਯਿਸੂ ਦੇ ਵਿੱਚ ਪ੍ਰਗਟ ਹੁੰਦੀਆਂ ਨੇ। ਫਿਰ ਲਿਖਿਆ ਉਹ ਜੀ ਉੱਠਣ
ਤੇ ਅਤੇ ਸਵਰਗ 'ਚ ਚੁੱਕੇ ਜਾਣ ਤੇ। ਯਹੋਨਾ 16 ਦੇ 10 ਦੇ ਵਿੱਚ ਅਸੀਂ ਇਸ ਦੀ ਪੁਸ਼ਟੀ ਪੜ੍ਹਦੇ ਹਾਂ, ਸਵਰਗ ਤੇ ਉਠਾਇਆ ਜਾਣਾ। ਪ੍ਰਭੂ ਯਿਸੂ ਮਸੀਹ ਹੀ ਇੱਕ ਇਕੱਲਾ ਅਜਿਹਾ ਪੁਰਖ ਹੈ ਜਿਹੜਾ ਜ਼ਿੰਦਾ ਆਕਾਸ਼ 'ਤੇ ਉਠਾਇਆ ਗਿਆ, ਜਿਸ ਨੂੰ 500 ਤੋਂ ਵੱਧ ਲਗਭਗ ਲੋਕਾਂ ਨੇ ਦੇਖਿਆ। ਉਸ ਦੀ ਗੱਲ ਇੱਥੇ ਲਿਖਿਆ, ਤੇਜ ਵਿੱਚੋਂ ਥਾਂ ਉਠਾ ਲਿੱਤਾ ਗਿਆ। ਇਹ ਕੋਈ ਆਮ ਗੱਲ ਨਹੀਂ ਹੈ, ਇਹ ਬੜੀ ਭੇਤ ਦੀ ਗੱਲ ਹੈ। ਔਰ ਇਸ ਗੱਲ ਦੇ ਵਿੱਚ ਅਸੀਂ ਮਤੀ 28 ਦੇ 2 ਦੇ ਵਿੱਚ ਵੀ ਪੜ੍ਹ ਸਕਦੇ ਹਾਂ, ਅਤੇ ਸਵਰਗ ਵਿੱਚ ਉਸ ਦੇ ਵਾਪਸ ਚੜ੍ਹੇ ਜਾਣ ਦੀ ਗਵਾਹੀ ਦਿੱਤੀ ਜਾਂਦੀ ਹੈ। ਰਸੂਲਾਂ ਦੇ ਕਰਤੱਵ 1 ਦਾ 10 ਵਿੱਚ ਵੀ ਅਸੀਂ ਪੜ੍ਹ ਸਕਦੇ ਹਾਂ। ਅਗਰ ਤੁਸੀਂ ਇਸ ਤੋਂ ਜ਼ਿਆਦਾ ਪਰਮੇਸ਼ਵਰ ਦੇ ਭਗਤੀ ਦੇ ਭੇਤ ਨੂੰ ਜਾਣਨਾ ਚਾਹੁੰਦੇ ਹਾਂ ਕਿ ਮੇਰੇ ਜੀਵਨ ਦੇ ਵਿੱਚ ਇਹ ਭਗਤੀ ਦਾ ਭੇਤ ਕਿਵੇਂ ਪ੍ਰਗਟ ਹੋ ਸਕਦਾ ਹੈ, ਤਾਂ ਬਾਈਬਲ ਸਾਫ਼ ਰੀਤੀ ਦੱਸਦੀ ਹੈ ਕਿ ਪ੍ਰਭੂ ਯਿਸੂ ਮਸੀਹ ਦੇ ਉੱਤੇ ਧਿਆਨ ਕਰੋ। ਜਦੋਂ ਪ੍ਰਭੂ ਯਿਸੂ ਮਸੀਹ ਪਿਤਾ ਨਾਲ ਗੱਲ ਕਰਦਾ ਸੀ ਤਾਂ ਉਹ ਕਿਹੜਾ ਸਮਾਂ ਹੁੰਦਾ ਸੀ? ਪੜ੍ਹੋ, ਬਾਈਬਲ ਦੇ ਵਿੱਚ ਲਿਖਿਆ ਹੈ, ਉਹ ਤੜਕੇ ਭੋਰ ਨੂੰ ਪਹਾੜ ਦੇ ਉੱਤੇ ਚੜ੍ਹ ਜਾਂਦਾ ਸੀ ਅਤੇ ਪਿਤਾ ਦੇ ਨਾਲ ਗੱਲਾਂ ਕਰਦਾ ਸੀ। ਚੇਲੇ ਸੁੱਤੇ ਹੁੰਦੇ ਸੀ ਤੇ ਉਹ ਪਿਤਾ ਦੇ ਨਾਲ ਗੱਲਾਂ ਕਰਦਾ ਸੀ। ਇਹਦਾ ਮਤਲਬ ਪਿਤਾ ਦੇ ਨਾਲ ਸਵੇਰੇ ਗੱਲਾਂ ਕਰਨ ਦਾ, ਪਿਤਾ ਤੋਂ ਗੱਲਾਂ ਜਾਣਨ ਦਾ ਸਵੇਰੇ ਇੱਕ ਅਜਿਹਾ ਸਮਾਂ ਹੈ ਜਿਸ ਵਿੱਚ ਪਰਮੇਸ਼ਰ ਮੇਰੇ ਨਾਲ ਇਕਾਕੀਪਨ ਦੇ ਵਿੱਚ ਗੱਲ ਕਰਦਾ ਹੈ। ਇਹਨੂੰ ਕਹਿੰਦੇ ਆ ਮਾਰਨਿੰਗ ਡਿਵੋਸ਼ਨ। ਮਾਰਨਿੰਗ ਡਿਵੋਸ਼ਨ ਜਿਹੜਾ ਵਿਅਕਤੀਗਤ ਪਰਸਨਲ ਮਾਰਨਿੰਗ ਡਿਵੋਸ਼ਨ, ਜਦੋਂ ਤੁਸੀਂ ਉੱਠਦੇ ਹੋ, ਉੱਠਦੇ ਹੀ ਪਰਮੇਸ਼ਵਰ ਦੇ ਪਹਿਲਾਂ ਜੋ ਆਪਣਾ ਤੁਸੀਂ ਕਰਦੇ ਹੋ ਕਰਕੇ ਪਰਮੇਸ਼ਵਰ ਦੇ ਨਾਲ ਪ੍ਰਾਰਥਨਾ ਕਰਕੇ ਉਹਦੇ ਵਚਨ ਦੇ ਨਾਲ ਮੈਡੀਟੇਸ਼ਨ ਕਰੋ। ਔਰ ਇਸ ਦੇ ਲਈ ਮੈਡੀਟੇਸ਼ਨ ਦੇ ਲਈ ਜਦੋਂ ਯਹੋਸ਼ੂ 1:8 ਪੜ੍ਹਦੇ ਹਾਂ, ਕਹਿੰਦਾ ਇਹ ਵਿਵਸਥਾ ਦੀ ਪੋਥੀ ਤੁਹਾਡੇ ਮੁਖ ਤੋਂ ਵੱਖਰੀ ਨਾ ਹੋਵੇ, ਸਗੋਂ ਦਿਨ ਰਾਤ ਇਸ ਦੇ ਉੱਤੇ ਧਿਆਨ ਕਰੋ। ਧਿਆਨ ਕਰੋ, ਦਿਨ ਰਾਤ ਲਿਖਿਆ, ਦਿਨ ਰਾਤ ਧਿਆਨ ਕਰਨ ਦਾ ਮਤਲਬ ਦਿਨ ਰਾਤ ਹੈ, ਮਾਰਨਿੰਗ ਐਂਡ ਨਾਈਟ। ਕੀ ਕਰਨਾ ਹੈ? ਅਸੀਂ ਮੈਡੀਟੇਸ਼ਨ ਕਰਨਾ ਹੈ, ਮਨਨ ਕਰਨਾ ਹੈ, ਵਿਅਕਤੀਗਤ ਮਨ। ਪਰਮੇਸ਼ਰ ਇਸ ਵਚਨ ਦੇ ਨਾਲ ਮੇਰੇ ਜੀਵਨ ਦਾ ਕੀ ਤਾਲੁਕ ਹੈ ਮੈਨੂੰ ਪ੍ਰਗਟ ਕਰ। ਸਾਨੂੰ ਕਈ ਵਿਅਕਤੀ ਅਜਿਹੇ ਮੈਂ ਦੇਖੇ, ਸੇਵਕ ਤੱਕ ਵੀ ਅਜਿਹੇ ਦੇਖੇ ਹੈ ਜਿਨ੍ਹਾਂ ਨੂੰ ਹਜੇ ਤੱਕ ਵਚਨ ਦਾ ਗਿਆਨ ਨਹੀਂ। ਉਹਨਾਂ ਦੇ ਲਈ ਸਵੇਰੇ ਮਾਰਨਿੰਗ ਡਿਵੋਸ਼ਨ ਦਾ ਕੋਈ ਮਤਲਬ, ਉਹ ਸਵੇਰੇ ਉੱਠ ਕੇ ਗੀਤ ਗਾਣਗੇ, ਪ੍ਰਾਰਥਨਾ ਕਰਨਗੇ, ਬਸ ਸਾਡਾ ਦਿਨ ਸ਼ੁਰੂ ਹੋ ਗਿਆ। ਫਿਰ ਲੋਕਾਂ ਦੇ ਘਰਾਂ ਦੇ ਵਿੱਚ ਜਾਣਗੇ, ਜੋ ਆਪਣਾ ਵਚਨ ਦੇ ਵਿੱਚ ਆ ਉਹ ਦੇਣਗੇ, ਉਹਦਾ ਅਸਲ ਤੱਤ ਕੀ ਆ ਉਹ ਨਹੀਂ ਦੱਸਣਗੇ, ਕਿਉਂਕਿ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਹੈ। ਇਸੇ ਕਰਕੇ ਤਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਯਸ਼ਾਇਆ ਕਹਿੰਦਾ, ਗਿਆਨ ਬਿਨ ਮੇਰੀ ਪ੍ਰਜਾ ਨਾਸ਼ ਹੁੰਦੀ ਹੈ ਜਾਂਦੀ। ਔਰ ਇਸੇ ਕਰਕੇ ਯਸ਼ਾਇਆ ਕਹਿੰਦਾ, ਅੰਨੇ ਚਰਵਾਹਿਆਂ ਨੇ ਮੇਰੀਆਂ ਭੇਡਾਂ ਦਾ, ਮੇਰੀਆਂ ਕਲੀਸਿਆਵਾਂ ਦਾ ਸਤਿਆਨਾਸ਼ ਕਰ ਦਿੱਤਾ ਹੈ। ਅਸੀਂ ਮੇਰੇ ਖਿਆਲ ਦੇ ਵਿੱਚ ਮੈਂ ਸਮਝਦਾ ਹਾਂ ਜਿਨ੍ਹਾਂ ਲੋਕਾਂ ਨੇ ਪਸ਼ੂ ਰੱਖੇ ਹੈ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਇਸ ਫੀਡਿੰਗ ਦਾ ਪਤਾ ਲੱਗਦਾ ਹੋਵੇਗਾ। ਉਹ ਕੀ ਕਰਦੇ ਹੈ, ਜਦੋਂ ਉਹਨਾਂ ਦੇ ਪਸ਼ੂ ਘਰਾਂ ਦੇ ਵਿੱਚ ਹੈ ਤਾਂ ਉਹਨਾਂ ਨੂੰ ਖਵਾਉਣ ਦੇ ਲਈ ਆਪ ਪੱਠੇ ਵੱਢਣ ਜਾਂਦੇ ਆ। ਪੱਠੇ ਵੱਢਣ ਦੇ ਲਈ ਉਹ ਦਾਤੀ ਦਾ ਇਸਤੇਮਾਲ ਕਰਦੇ ਆ। ਫਿਰ ਦਾਤੀ ਦੇ ਨਾਲ ਉਸ ਪਲੇਸ ਦੇ ਵਿੱਚ ਜਾਂਦੇ ਆ ਜਿਸ ਜਗ੍ਹਾ ਦੇ ਉੱਤੇ ਅਸੀਂ ਘਾਹ ਵੱਢਣਾ। ਘਾਹ ਵੀ ਆਪਣਾ ਤਰੀਕੇ ਦੇ ਨਾਲ, ਐ ਨਹੀਂ ਕੋਈ ਇੱਕ ਵਿੱਚੋਂ ਵੱਢ ਲਿਆ ਕੋਈ ਅੱਗੇ ਵੱਢ ਲਿਆ, ਨਹੀਂ, ਇੱਕ ਸਿਰੇ ਤੋਂ ਵੱਢਦੇ ਜਾਂਦੇ ਆ ਔਰ ਦੇਖਦੇ ਆ ਉਹ ਘਾਹ ਵਾਕਈ ਆਪਣਾ ਪਸ਼ੂਆਂ ਦੇ ਖਾਣ ਯੋਗ ਹੈਗਾ ਕਿ ਇੱਦਾਂ ਦਾ ਹੀ ਹੈ। ਫਿਰ ਉਹ ਆਪਣਾ ਘਾਹ ਉਸ ਜਗ੍ਹਾ ਦੇ ਉੱਤੇ ਇਕੱਠਾ ਕਰਦੇ ਆ, ਇਕੱਠਾ ਕਰਕੇ ਪੰਡ ਬੰਨ੍ਹਦੇ ਆ, ਫਿਰ ਚੁੱਕ ਕੇ ਲੈ ਕੇ ਆਉਂਦੇ ਆ। ਫਿਰ ਦੇਖਦੇ ਆ ਪਸ਼ੂਆਂ ਨੂੰ ਅਸੀਂ ਇੱਦਾਂ ਹੀ ਪਾਉਣਾ ਜਾਂ ਕਤਰਾ ਕਰਕੇ ਪਾਉਣਾ ਹੈ, ਕਿਸ ਤਰ੍ਹਾਂ ਦਾ ਉਹਨਾਂ ਦੇ ਵਿੱਚ ਟੇਸਟ ਆਏਗਾ। ਫਿਰ ਉਹਨੂੰ ਕਤਰ ਕੇ ਫਿਰ ਉਸ ਪਸ਼ੂ ਦੇ ਮੂਹਰੇ ਰੱਖਦੇ ਆ ਔਰ ਪਸ਼ੂ ਫਿਰ ਖਾਂਦਾ ਹੈ ਔਰ ਫਿਰ ਪਤਾ ਲੱਗਦਾ ਹਾਂ ਪਸ਼ੂ ਖਾ ਰਿਹਾ ਹੈ। ਹੁਣ ਇਹ ਪਸ਼ੂ ਜਿਹਨੂੰ ਅਸੀਂ ਦਿੱਤਾ ਹੈ ਇਹ ਸੱਚਮੁੱਚ ਦੁੱਧ ਦੇਣ ਦੇ ਯੋਗ ਹੋਏਗਾ। ਇੱਕ ਭੇਡ ਦੇ ਲਈ ਇੱਕ ਚਰਵਾਹੇ ਨੂੰ, ਇੱਕ ਵਿਅਕਤੀ ਨੂੰ ਮਿਹਨਤ ਕਰਨ ਦੇ ਦੀ ਕਿੰਨੀ ਜ਼ਰੂਰਤ ਹੈ।
ਅਸੀਂ ਉਹ ਸਮਝਦੇ ਨਹੀਂ ਹਾਂ। ਅਸੀਂ ਇਦਾਂ ਹੀ ਆਪਣਾ ਦੌੜੇ ਜਾ ਰਹੇ ਹਾਂ। ਚਾਹੇ ਅਸੀਂ ਇੱਕ ਆਮ ਵਿਸ਼ਵਾਸੀ ਹਾਂ, ਆਮ ਵਿਸ਼ਵਾਸੀ ਹੋਣ ਦੇ ਨਾਤੇ ਵੀ ਕੀ ਅਸੀਂ ਪਰਮੇਸ਼ਰ ਨੂੰ ਸਮਾਂ ਦੇ ਰਹੇ? ਅਗਰ ਤੁਸੀਂ ਇੱਕ ਰੋਟੀ ਬਣਾਉਣੀ ਹੈ ਤਾਂ ਰੋਟੀ ਬਣਾਉਣ ਦੇ ਲਈ ਤੁਹਾਨੂੰ ਆਟਾ ਲੈਣਾ ਪਏਗਾ। ਆਟੇ ਨੂੰ ਗੁੰਨਣ ਦੇ ਲਈ ਤੁਹਾਨੂੰ ਪਾਣੀ ਚਾਹੀਦਾ, ਇੱਕ ਬਰਤਨ ਚਾਹੀਦਾ। ਉਹਦੇ ਲਈ ਤੁਹਾਨੂੰ ਆਪ ਉਸ ਦੇ ਵਿੱਚ ਮਿਹਨਤ ਕਰਨੀ ਪਏਗੀ, ਉਹਨੂੰ ਗੁੰਨਣਾ ਪਏਗਾ। ਜਦ ਤੱਕ ਤੁਸੀਂ ਗੁੰਨੋਗੇ ਨਹੀਂ ਤਾਂ ਉਹ ਆਟਾ ਬਣੇਗਾ ਨਹੀਂ, ਰੋਟੀ ਪੱਕੇਗੀ ਨਹੀਂ। ਇਹ ਭਗਤੀ ਦਾ ਭੇਤ ਹੈ। ਤਾਂ ਇਸ ਦੇ ਲਈ ਤੁਹਾਨੂੰ ਵਿਅਕਤੀਗਤ ਸਮਾਂ ਪਰਮੇਸ਼ਰ ਨੂੰ ਦੇਣਾ ਪਏਗਾ, ਬੈਠਣਾ ਪਏਗਾ। ਉਹ ਇੱਕ ਇੱਕ ਗੱਲ ਦੇ ਉੱਤੇ ਪੂਰਾ ਕੰਸੈਂਟਰੇਸ਼ਨ, ਮਤਲਬ ਕਿ ਪੂਰਾ ਧਿਆਨ ਲਾਣਾ ਪਏਗਾ ਕਿ ਪਰਮੇਸ਼ਰ ਤੇਰੀ ਇਸ ਵਚਨ ਦੇ ਰਾਹੀਂ ਮੇਰੇ ਜੀਵਨ ਦੇ ਵਿੱਚ ਕੀ ਮਰਜ਼ੀ ਹੈ, ਤੂੰ ਅੱਜ ਦੇ ਦਿਨ ਦੇ ਵਿੱਚ ਮੇਰੇ ਜੀਵਨ ਦੇ ਵਿੱਚ ਕੀ ਚਾਹੁੰਦਾ ਹੈ। ਔਰ ਇਸ ਵਚਨ ਦੇ ਵਿੱਚ ਮੈਨੂੰ ਇਹ ਪਤਾ ਲੱਗਾ ਹੈ ਕਿ ਉਹ ਸਰੀਰ ਵਿੱਚ ਪ੍ਰਗਟ ਹੋਇਆ, ਆਤਮਾ ਵਿੱਚ ਧਰਮੀ ਠਹਿਰਾਇਆ ਗਿਆ। ਜਿਹੜਾ ਸਰੀਰ ਵਿੱਚ ਪ੍ਰਗਟ ਹੋਇਆ ਹੈ ਉਸ ਨੇ ਮੈਨੂੰ ਆਪਣੇ ਕਲਵਰੀ ਕਰੂਸ ਦੇ ਬਲੀਦਾਨ ਦੇ ਨਾਲ ਧਰਮੀ ਠਹਿਰਾਇਆ ਹੈ। ਜਦੋਂ ਅਸੀਂ ਰੋਮੀਆਂ 3:24 ਪੜ੍ਹਦੇ ਹਾਂ ਤਾਂ ਸੱਚਮੁੱਚ ਅਸੀਂ ਉਸੇ ਦੇ ਰਾਹੀਂ ਧਰਮੀ ਠਹਿਰਾਏ ਗਏ ਹਾਂ। ਇਹ ਪਰਮੇਸ਼ਰ ਦਾ ਵਚਨ ਸਾਨੂੰ ਸਾਫ਼ ਰੀਤੀ ਦੇ ਨਾਲ ਦੱਸਦਾ ਹੈ। ਇੱਥੇ ਕਹਿੰਦਾ ਹੈ ਕਿ ਸੋ ਉਹਦੀ ਕਿਰਪਾ ਨਾਲ ਉਸ ਨਿਸਤਾਰੇ ਦੇ ਕਾਰਨ ਜੋ ਯਿਸੂ ਮਸੀਹ ਤੋਂ ਹੁੰਦਾ ਹੈ ਮੁਫਤ ਧਰਮੀ ਗਿਣੇ ਜਾਂਦੇ ਹੋ। ਅਸੀਂ ਉਸ ਦੇ ਰਾਹੀਂ ਧਰਮੀ ਮੁਫਤ ਠਹਿਰਾਏ ਜਾਂਦੇ ਹਾਂ। ਔਰ ਇਹ ਆਪਣਾ ਜਦੋਂ ਖੋਜ ਕਰਦੇ ਆ ਧਰਮੀ ਠਹਿਰਾਇਆ ਗਿਆ ਦੂਤਾਂ ਤੋਂ ਵੇਖਿਆ ਗਿਆ। ਇਹਦਾ ਮਤਲਬ ਜਦੋਂ ਮੈਂ ਇਬਰਾਨੀਆਂ ਦੀ ਪੁਸਤਕ ਪੜ੍ਹਦਾ ਹਾਂ, ਜਿਹੜੇ ਪਰਮੇਸ਼ਰ ਦੇ ਜਨ ਹੈ, ਜਿਹੜੇ ਪਰਮੇਸ਼ਰ ਦੀ ਭਗਤੀ ਕਰਦੇ ਆ, ਜਿਹੜੇ ਪਰਮੇਸ਼ਰ ਦੀ ਸੇਵਾ ਕਰਦੇ ਆ, ਉਹਨਾਂ ਦੇ ਲਈ ਪਰਮੇਸ਼ਰ ਨੇ ਆਪਣੇ ਆਤਮੇ ਦਿੱਤੇ ਹੋਏ ਆ। ਮੈਂ ਉਹ ਆਪ ਦੇ ਲਈ ਪੜ੍ਹਦਾ ਹਾਂ। ਇਹ ਬੜੀ ਵੱਡੀ ਗੱਲ ਹੈ। ਔਰ ਇਸ ਦੇ ਨਾਲ ਜਦੋਂ ਵੀ ਕਿਤੇ ਮੈਂ ਸੇਵਾ ਦੇ ਵਿੱਚ ਜਾਂਦਾ ਮੈਨੂੰ ਤਸੱਲੀ ਮਿਲਦੀ ਹੈ। ਕੀ ਲਿਖਿਆ ਹੈ? ਕਹਿੰਦਾ ਹੈ ਭਲਾ ਉਹ ਸਭੇ 13 ਮਤਲਬ ਕਿ 1:14 ਆਇਤ ਹੈ, ਭਲਾ ਉਹ ਸਭੇ ਸੇਵਾ ਕਰਨ ਵਾਲੇ ਆਤਮੇ ਨਹੀਂ ਜਿਹੜੇ ਮੁਕਤੀ ਦਾ ਵਿਰਸਾ ਪਾਉਣ ਵਾਲਿਆਂ ਦੀ ਸੇਵਾ ਦੇ ਲਈ ਘੱਲੇ ਹੋਏ ਹਨ। ਮੇਰੇ ਲਈ ਉਹ ਇੱਥੇ ਸਵਰਗਦੂਤ ਦੇ ਲਿਖਿਆ ਹੈ। ਤਾਂ ਇਹਦਾ ਮਤਲਬ ਭੇਤ ਦੇ ਵਿੱਚ ਮੈਨੂੰ ਪ੍ਰਭੂ ਯਿਸੂ ਮਸੀਹ ਨੇ ਮੇਰੇ ਲਈ ਆਤਮਾ ਤਾਂ ਮੈਨੂੰ ਦਿੱਤਾ ਹੀ ਹੈ, ਪਰ ਉਸ ਦੇ ਨਾਲ ਮੇਰੀ ਸੁਰੱਖਿਆ ਦੇ ਲਈ ਉਸਨੇ ਸਵਰਗਦੂਤਾਂ ਨੂੰ ਵੀ ਨਿਯੁਕਤ ਕੀਤਾ ਹੈ। ਕਿੰਨੀ ਵੱਡੀ ਗੱਲ ਹੈ। ਫਿਰ ਉਹ ਕਹਿੰਦਾ ਹੈ ਉਹਦਾ ਜਗਤ ਕੌਮਾਂ ਵਿੱਚ ਉਹਦਾ ਪ੍ਰਚਾਰ ਕੀਤਾ ਗਿਆ। ਇਹਦਾ ਮਤਲਬ ਸਾਨੂੰ ਕੌਮਾਂ ਦੇ ਵਿੱਚ ਪਰਮੇਸ਼ਰ ਨੇ ਪ੍ਰਚਾਰ ਕਰਨ ਦੇ ਲਈ ਰੱਖ ਦਿੱਤਾ। ਆਵਰ ਡਿਊਟੀਜ਼, ਮੇਰੇ ਲਈ ਇੱਥੇ ਕੁਝ ਗੱਲਾਂ ਪ੍ਰਗਟ ਹੋ ਰਹੀਆਂ। ਫਿਰ ਕਹਿੰਦਾ ਹੈ ਉਸ ਉੱਤੇ ਨੇਚਾ ਕੀਤੀ ਗਈ, ਮੈਂ ਉਸ ਉੱਤੇ ਨੇਚਾ ਕੀਤੀ ਆ ਔਰ ਦੂਸਰਿਆਂ ਨੂੰ ਉਸ ਨੇਚਾ ਦੇ ਲਈ ਮੈਂ ਸਵੈ ਪਾਤਰ ਬਣ ਕੇ ਉਹਨਾਂ ਦੇ ਵਿੱਚ ਜਾ ਰਿਹਾ। ਜੇ ਮੇਰੇ ਵਿੱਚ ਫੇਥ ਨਹੀਂ ਤਾਂ ਉਹ ਕਿੱਦਾਂ ਫੇਥ ਕਰ ਲਗੇ? ਇਹ ਭੇਤ ਦੀ ਗੱਲ ਹੈ ਨਾ। ਔਰ ਫਿਰ ਕਹਿੰਦਾ ਹੈ ਉਹ ਤੇਜ ਨਾਲ ਉਠਾ। ਇਹਦਾ ਮੈਨੂੰ ਇੱਕ ਜਿਉਂਦੀ ਆਸ ਦਿੱਤੀ ਗਈ ਹੈ। ਜੇ ਉਹ ਆਪਣਾ ਬਦਲਾਂ ਦੇ ਵਿੱਚ ਉਠਾਇਆ ਗਿਆ, ਵਚਨ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਜਿਵੇਂ ਤੁਸੀਂ ਉਸ ਨੂੰ ਬਦਲਾਂ ਤੇ ਉਠਾਏ ਜਾਂਦੇ ਦੇਖਦੇ ਹੋ, ਇਸੇ ਤਰ੍ਹਾਂ ਤੁਸੀਂ ਵੀ ਬਦਲਾਂ ਤੇ ਉਠਾਏ ਜਾਓਗੇ। ਦੇਖੋ ਭੇਤ ਨਾਲ ਨਾਲ ਹੀ ਹੈ। ਜੇ ਤੁਸੀਂ ਖੋਜ ਕਰੋਗੇ ਤੁਹਾਨੂੰ ਮਿਲੇਗਾ। ਇਸ ਲਈ ਅੱਜ ਮੇਰਾ ਵਿਸ਼ਾ ਇਹੀ ਸੀ ਕਿ ਭਗਤੀ ਦਾ ਭੇਤ ਡੂੰਘਾ ਹੈ। ਜੇ ਅਸੀਂ ਖੋਜ ਕਰੀਏ ਤਾਂ ਸਾਨੂੰ ਮਿਲ ਜਾਏਗਾ, ਪਰ ਅਸੀਂ ਖੋਜ ਨਹੀਂ ਕਰਦੇ। ਅਸੀਂ ਕਹਿੰਦੇ ਸਾਨੂੰ ਬਣਿਆ ਬਣਾਇਆ ਪਰੋਸ ਦਿੱਤਾ ਜਾਵੇ। ਕਈ ਪ੍ਰਚਾਰਕ ਤਾਂ ਆਪਣੇ ਬੱਚਿਆਂ ਨੂੰ ਮੌਕਾ ਤੱਕ ਨਹੀਂ ਦਿੰਦੇ। ਕਈ ਤਾਂ ਆਪਣੀ ਕਲੀਸਿਆ 'ਚ ਕਿਸੇ ਨੂੰ ਖੜਾ ਹੋਣ ਕਿਤੇ ਮੇਰੇ ਬਰਾਬਰ ਨਾ ਪਹੁੰਚ ਜਾਵੇ। ਮੈਂ ਤਾਂ ਕਹਿੰਦਾ ਸਾਰੇ ਹੀ ਆਪਣਾ ਪ੍ਰਚਾਰਕ ਬਣ ਜਾਣ, ਬੜੀ ਖੁਸ਼ੀ ਦੀ ਗੱਲ ਹੈ। ਕਿਉਂਕਿ ਪਰਮੇਸ਼ਰ ਦੇ ਰਾਜ ਦੇ ਵਿੱਚ ਅਸੀਂ ਸਾਰੇ ਇੱਕ ਬਰਾਬਰ ਗਣੇ ਜਾਣੇ, ਕੋਈ ਛੋਟਾ ਕੋਈ ਬੜਾ ਨਹੀਂ। ਕਿਉਂਕਿ ਬਾਈਬਲ ਦੇ ਵਿੱਚ ਜਦੋਂ ਮਤੀ ਦੀ ਅੰਜੀਲ 23:8 ਪੜ੍ਹਦੇ ਆ ਤਾਂ ਉੱਥੇ ਕਹਿੰਦਾ ਤੁਹਾਡਾ ਇੱਕੋ ਹੀ ਸਵਾਮੀ ਆ, ਤੁਸੀਂ ਆਪੋ ਵਿੱਚ ਭਾਈ ਭੈਣ ਹੋ। ਇਸ ਲਈ ਪਿਆਰੋ, ਅਸੀਂ ਭਗਤੀ ਦੀ ਖੋਜ ਦੇ ਲਈ ਪਰਮੇਸ਼ਰ ਪਿਤਾ ਦੇ ਨਾਲ ਸਵੇਰੇ ਸ਼ਾਮ ਉਸ ਦੇ ਵਚਨ ਦੇ ਨਾਲ ਡਿਵੋਸ਼ਨ ਕਰੀਏ, ਉਸ ਦੇ ਨਾਲ ਅਸੀਂ ਮੈਡੀਟੇਸ਼ਨ ਕਰੀਏ, ਭਾਵ ਮਨਨ ਕਰੀਏ, ਤਾਂ ਪਰਮੇਸ਼ਰ ਦਾ ਭੇਤ ਮੇਰੇ ਵਿੱਚ ਜੋ ਮੇਰੀ ਜ਼ਿੰਦਗੀ ਦੇ ਲਈ ਹੈ, ਜੋ ਮੇਰੇ ਕਰਨ ਦੇ ਲਈ ਉਹ ਪ੍ਰਗਟ ਹੋਵੇਗਾ ਅਤੇ ਪਰਮੇਸ਼ਰ ਆਪ ਨੂੰ ਉਸ ਦੇ ਵਿੱਚ ਆਤਮਿਕ ਉન્નਤੀ ਦੇਵੇਗਾ ਔਰ ਤੁਸੀਂ ਆਤਮਿਕ ਉન્નਤ ਪ੍ਰਾਪਤ ਕਰਦੇ ਹੋਏ ਪਰਮੇਸ਼ਰ ਦੀ ਮਹਿਮਾ ਕਰੋਗੇ।
ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ। ਜੈ ਮਸੀਹ ਦੀ।